Students, let us discuss analog signals versus digital signals in the subject digital electronics that you are studying in third semester diploma in electronics and communication engineering. So first of all, introduction to the analog signals. Analog signals are continuous signals and can have value in a limited range. The second point is analog signal is defined as voltage or current whose size is proportional to the quantity it represents. And thirdly, it is the continuous signal and has infinite set of possible values. तो ਜਦੋਂ ਅਸੀਂ ਇਹ ਤਿੰਨੋਂ ਡੈਫੀਨੇਸ਼ਨਸ ਨੂੰ ਦੇਖਦੇ ਹਾਂ ਪਹਿਲੀ ਚ ਇਹ ਕਹਿ ਰਿਹਾ ਹੈ ਕਿ ਬਈ ਇਹਦੇ ਵਿੱਚ ਇੱਕ ਕੰਟੀਨਿਊਸ ਸਿਗਨਲ ਹੈ ਔਰ ਇੱਕ ਲਿਮਿਟਡ ਰੇਂਜ ਦੇ ਵਿੱਚ ਵੇਰੀ ਕਰਦਾ ਹੈ। ਦੂਜੇ ਵਿੱਚ ਕਹਿ ਰਿਹਾ ਹੈ ਕਿ ਇਹ ਜਿਹੜਾ ਜਾਂ ਇਹ ਵੋਲਟੇਜ ਹੈ ਜਾਂ ਇਹ ਕਰੰਟ ਹੈ ਪਰ ਇਹਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਇਹਦਾ ਜਿਹੜਾ ਸਾਈਜ਼ ਹੈ ਉਹ ਕੁਆਂਟੀਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਅਗਰ ਇਹਦਾ ਵੇਵ ਫਾਰਮ ਉੱਪਰ ਨੂੰ ਜਾ ਰਹੀ ਹੈ ਤਾਂ ਕੁਆਂਟੀਟੀ ਵੱਧ ਰਹੀ ਹੈ, ਅਗਰ ਇਹ ਵੇਵ ਫਾਰਮ ਥੱਲੇ ਨੂੰ ਜਾ ਰਹੀ ਹੈ ਤਾਂ ਕੁਆਂਟੀਟੀ ਘਟ ਰਹੀ ਹੈ, ਅਗਰ ਇਹ ਵੇਵ ਫਾਰਮ ਬਿਲਕੁਲ ਸਟ੍ਰੇਟ ਹੈ ਤਾਂ ਕੁਆਂਟੀਟੀ ਕੌਨਸਟੈਂਟ ਹੈ। ਔਰ ਥਰਡ ਨੰਬਰ ਤੇ ਇਹ ਦੱਸ ਰਿਹਾ ਵੀ ਇਟ ਕੈਨ ਹੈਵ ਇਨਫਾਈਨਾਈਟ ਨੰਬਰ ਆਫ ਪੋਸੀਬਲ ਵੈਲਿਊਜ਼। ਇਹਦੇ ਵਿੱਚ ਇਨਫਾਈਨਾਈਟ ਕੰਟੀਨਿਊਸ ਸਿਗਨਲ ਹੈ, ਇਨਫਾਈਨਾਈਟ ਨੰਬਰ ਆਫ ਪੋਸੀਬਲ ਵੈਲਿਊ ਹੋ ਸਕਦੀਆਂ ਹਨ, ਨਹੀਂ ਵੀ ਹੋ ਸਕਦੀਆਂ ਹਨ, ਘੱਟ ਵੀ ਹੋ ਸਕਦੀਆਂ ਹਨ। ਇਨਫਾਈਨਾਈਟ ਨੰਬਰ ਆਫ ਪੋਸੀਬਲ ਵੈਲਿਊਜ਼ ਹੈ, ਕੰਟੀਨਿਊਸ ਸਿਗਨਲ ਹੈ, ਇੱਕ ਲਿਮਟਡ ਰੇਂਜ ਦੇ ਵਿੱਚ ਵੇਰੀ ਕਰਦਾ ਹੈ। ਐਗਜ਼ਾਮਪਲਸ ਦੇ ਵਿੱਚ ਥੱਲੇ ਦੇਖੋ ਤੁਸੀਂ, ਸਾਊਂਡ ਹੈ, ਵੈਲੋਸਿਟੀ ਹੈ, ਟੈਂਪਰੇਚਰ ਹੈ, ਪ੍ਰੈਸ਼ਰ ਹੈ। ਤਕਰੀਬਨ ਜਿੰਨੀਆਂ ਅਸੀਂ ਫਿਜ਼ੀਕਲ ਕੁਆਂਟੀਟੀਜ਼ ਜੋ ਸਾਡੇ ਵਰਲਡ ਦੇ ਵਿੱਚ ਅਵੇਲੇਬਲ ਹੈ, ਜੋ ਸਾਡੀ ਦੁਨੀਆ 'ਚ ਅਵੇਲੇਬਲ ਹੈ, ਉਹ ਤਕਰੀਬਨ ਅਸੀਂ ਐਨਾਲੌਗ ਕੁਆਂਟੀਟੀ ਅਸੀਂ ਉਹਨੂੰ ਰਿਪਰੈਜ਼ੈਂਟ ਕਰਦੇ ਹਾਂ। ਨੈਕਸਟ ਆ ਗਿਆ ਜੀ ਪਿਕਟੋਰੀਅਲ ਰਿਪਰੈਜ਼ੈਂਟੇਸ਼ਨ ਆਫ ਐਨਾਲੌਗ ਸਿਗਨਲਸ। ਫਸਟ ਨੰਬਰ ਦੇਖੋ ਸਾਈਨ ਵੇਵ ਦਿਖਾਈ ਗਈ ਹੈ। ਪਹਿਲਾਂ ਸਿਗਨਲ ਉੱਪਰ ਨੂੰ ਜਾ ਰਿਹਾ ਹੈ ਪੋਜ਼ਿਟਿਵ 0 ਲੈਵਲ ਤੋਂ, ਫਿਰ ਉਹ ਥੱਲੇ ਨੂੰ ਜਾ ਰਿਹਾ, ਇਸੇ ਤਰ੍ਹਾਂ ਕੰਟੀਨਿਊਸਲੀ ਇਹ ਵਧੀ ਜਾ ਰਿਹਾ। ਕੰਟੀਨਿਊਸ ਸਿਗਨਲ ਹੈ, ਇੱਕ ਐਨਾਲੌਗ ਸਿਗਨਲ ਦੀ ਐਗਜ਼ਾਮਪਲ ਹੈ। ਦੂਜੇ ਨੰਬਰ ਤੇ ਇੱਕ ਸਿਰਫ ਪੋਜ਼ਿਟਿਵ ਡੀਸੀ ਵੋਲਟੇਜ ਦਿਖਾਇਆ, ਕੰਟੀਨਿਊਸ ਸਿਗਨਲ ਹੈ ਲੇਕਿਨ ਵੇਰੀਏਸ਼ਨ ਕੋਈ ਨਹੀਂ ਹੈ। ਤੀਜੇ ਨੰਬਰ ਤੇ ਇੱਕ ਨੈਗੇਟਿਵ ਸਿਗਨਲ ਦਿਖਾਇਆ ਗਿਆ, ਵੇਰਿੰਗ ਡੀਸੀ ਵੋਲਟੇਜ, ਵੇਰੀ ਵੀ ਕਰ ਰਿਹਾ ਹੈ ਨੈਗੇਟਿਵ ਹੈ, 0 ਤੋਂ ਥੱਲੇ ਹੈ ਤਾਂ ਨੈਗੇਟਿਵ ਹੋ ਗਿਆ। ਇਸੇ ਤਰ੍ਹਾਂ ਜਿਹੜਾ ਫੋਰਥ ਨੰਬਰ ਤੇ ਰੈਂਡਮ ਏਸੀ ਵੋਲਟੇਜ ਦਿਖਾਇਆ ਗਿਆ ਹੈ। ਇਹਦੀ ਵੇਵ ਫਾਰਮ ਜੋ ਹੈ ਉਹ ਕੰਟੀਨਿਊਸ ਹੈ ਲੇਕਿਨ ਸਿਮੈਟ੍ਰੀਕਲ ਨਹੀਂ ਹੈ, ਸਿਮੈਟਰੀ ਨਹੀਂ ਹੈ, ਇਹਦੇ ਵਿੱਚ ਇਸ ਤਰ੍ਹਾਂ ਵੇਰੀਏਸ਼ਨਸ ਹਨ। ਤਾਂ ਇਹ ਕੁਝ ਐਗਜ਼ਾਮਪਲਸ ਹੈ ਐਨਾਲੌਗ ਸਿਗਨਲਸ ਦੀਆਂ। ਤਾਂ ਇਸ ਤਰ੍ਹਾਂ ਅਸੀਂ ਵੇਵ ਫਾਰਮ ਬਣਾ ਕੇ ਸਿਗਨਲ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਜਿਸ ਤਰ੍ਹਾਂ ਸਿਗਨਲ ਵੇਰੀ ਕਰਦਾ ਹੈ ਵੇਵ ਫਾਰਮ ਦੇ ਵਿੱਚ ਉਸੇ ਤਰ੍ਹਾਂ ਉਹ ਕੁਆਂਟੀਟੀਜ਼ ਵੱਧਦੀ ਜਾਂ ਘਟਦੀ ਹੈ। ਨੈਕਸਟ ਅਸੀਂ ਦੇਖਦੇ ਹਾਂ ਕਿ ਹਿਊਮਨ ਵਾਇਸ ਜਿਹੜੀ ਹੈ ਜੋ ਅਸੀਂ ਬੋਲਦੇ ਹਾਂ, ਇੱਕ ਬਹੁਤ ਵਧੀਆ ਐਨਾਲੌਗ ਸਿਗਨਲ ਦੀ ਐਗਜ਼ਾਮਪਲ ਹੈ। ਜਿਵੇਂ ਕੋਈ ਬੋਲਦਾ ਹੈ ਤਾਂ ਉਹ ਏਅਰ ਪ੍ਰੈਸ਼ਰ ਜੋ ਹੈ ਉਹ ਕ੍ਰੀਏਟ ਹੁੰਦਾ ਹੈ। ਕੰਟੀਨਿਊਸ ਏਅਰ ਪ੍ਰੈਸ਼ਰ ਜਦੋਂ ਕੋਈ ਬੋਲਦਾ ਹੈ ਤਾਂ ਕੰਟੀਨਿਊਸ ਏਅਰ ਪ੍ਰੈਸ਼ਰ ਕ੍ਰੀਏਟ ਹੁੰਦਾ ਹੈ। ਤੇ ਉਹਦੇ ਅੱਗੇ ਜੇ ਮਾਈਕ੍ਰੋਫੋਨ ਰੱਖਿਆ ਜਾਵੇ ਤਾਂ ਮਾਈਕ੍ਰੋਫੋਨ ਨਾਲ ਉਹ ਜਿਹੜਾ ਏਅਰ ਪ੍ਰੈਸ਼ਰ ਹੈ ਦੈਟ ਕਨਵਰਟਸ ਇਨਟੂ ਇਲੈਕਟ੍ਰੀਕਲ ਐਨਾਲੌਗ ਸਿਗਨਲ। ਤਾਂ ਇਸ ਤਰੀਕੇ ਨਾਲ ਅਸੀਂ ਇੱਕ ਫਿਜ਼ੀਕਲ quantity which is in mechanical form that can be converted to a analog electrical signal with the help of a microphone। तो जो microphone तो सानू electrical signal मिलेगा, continuous signal मिलेगा which is varying, so that we can say is an analog electrical signal। next आ जाने ਅਸੀਂ जी introduction to digital signals। तो analog signal ਤਾਂ ਸਾਡੇ ਵਰਲਡ ਦੇ ਵਿੱਚ ਜਿੰਨੀਆਂ ਫਿਜ਼ੀਕਲ ਕੁਆਂਟੀਟੀਜ਼ ਹੈ ਉਹ ਹੈ ਹੀ ਹੈ, ਆਲਰੇਡੀ ਐਗਜ਼ਿਸਟ ਕਰਦੇ, ਲੇਕਿਨ ਅਸੀਂ ਉਸ ਤੋਂ ਉਹਦੇ 'ਚੋਂ ਕੁਛ ਬੈਟਰ ਰਿਜ਼ਲਟਸ ਲੈਣ ਲਈ ਅਸੀਂ ਡਿਜੀਟਲ ਸਿਗਨਲਸ ਜਾਂ ਕੰਸੈਪਟ ਲਿਆਂਦਾ ਹੈ। ਤਾਂ ਡਿਜੀਟਲ ਸਿਗਨਲ ਵਿੱਚ ਕੀ ਹੈ, ਫਸਟ ਲਾਈਨ ਦੇਖੋ, ਡਿਸਕ੍ਰੀਟ ਲੈਵਲ ਆਫ ਵੋਲਟੇਜ, ਕੁਛ ਫਿਕਸ ਲੈਵਲ ਹਨ ਵੋਲਟੇਜ ਦੇ, ਹੈ ਨਾ। ਤਾਂ ਡਿਜੀਟਲ ਸਿਗਨਲ ਹੈਜ਼ ਟੂ ਸੈਟ ਆਫ ਵੈਲਿਊਜ਼ ਵਿਚ ਰਿਪਰੈਜ਼ੈਂਟ ਲੋ ਐਂਡ ਹਾਈ। ਇਹਦੇ 'ਚ ਦੋ ਹੀ ਪੋਸੀਬਿਲਿਟੀ ਹੈ, ਜਾਂ ਲੋ ਜਾਂ ਹਾਈ। ਤਾਂ ਲੋ ਨੂੰ ਅਸੀਂ 0 ਨਾਲ ਰਿਪਰੈਜ਼ੈਂਟ ਕਰਦੇ ਹਾਂ, ਹਾਈ ਨੂੰ ਅਸੀਂ 1 ਨਾਲ ਰਿਪਰੈਜ਼ੈਂਟ ਕਰਦੇ ਹਾਂ। ਤਾਂ ਜਨਰਲੀ 0 ਜੋ ਹੈ ਉਹ 0 ਵੋਲਟ ਹੁੰਦਾ ਹੈ ਔਰ 1 ਜੋ ਹੈ ਉਹ +5 ਵੋਲਟ ਹੁੰਦਾ, ਜਨਰਲੀ ਹੁੰਦਾ, ਹਮੇਸ਼ਾ ਨਹੀਂ ਹੋ ਸਕਦਾ। ਹੋਰ ਵੀ ਨੈਗੇਟਿਵ ਵੋਲਟੇਜ ਦੀ ਵੀ ਪੋਸੀਬਿਲਿਟੀਜ਼ ਹੈ, ਉਹ ਆਪਾਂ ਨੈਕਸਟ ਵੇਵ ਫਾਰਮਸ ਦੇ ਵਿੱਚ ਦੇਖ ਲਵਾਂਗੇ। ਪਰ ਜਨਰਲੀ ਜੋ ਹੈ ਉਹ 0 and 1। So 0 is taken to be 0 volt and 1 is normally or generally taken to be
plus 5 volts. So there are only two possible levels in the digital signal, that is 0. Next we come to the pictorial representation of digital signals. तो फर्स्ट वेव फॉर्म ਅਸੀਂ देख रहे हैं 0 ਲੈਵਲ ਤੋਂ ਪਲੱਸ ਲੈਵਲ ਪਲੱਸ 5 ਵੋਲਟ ਤੇ ਸਿਗਨਲ ਜਾ ਰਿਹਾ ਹੈ, ਥੋੜੀ ਦੇਰ ਉੱਪਰ ਰਹਿ ਰਿਹਾ ਹੈ, ਫਿਰ ਥੱਲੇ ਆ ਜਾਂਦਾ ਹੈ, ਫਿਰ 0 ਲੈਵਲ ਤੇ ਰਹਿੰਦਾ ਹੈ, ਫਿਰ 1 ਤੇ ਆ ਜਾਂਦਾ ਹੈ। ਤਾਂ ਕੰਟੀਨਿਊਸ ਇੱਕ ਵੇਵ ਅਸੀਂ 0 ਐਂਡ 1 ਦੀ ਦੇਖ ਰਹੇ ਹਾਂ। ਸੈਕੰਡ ਨੰਬਰ ਤੇ ਅਸੀਂ ਦੇਖ ਰਹੇ ਹਾਂ 0 ਤੋਂ ਸਟਾਰਟ ਹੁੰਦਾ ਹੈ, -6 ਵੋਲਟ ਤੱਕ ਜਾਂਦਾ ਹੈ, -5 ਵੋਲਟ ਤੱਕ ਵੀ ਜਾ ਸਕਦਾ ਹੈ, ਨਾਰਮਲੀ -5 ਵੋਲਟ ਤੱਕ ਜਾਂਦਾ ਹੈ, ਪਰ ਇਹ 6 ਤੇ ਗਿਆ ਇਹਦੇ ਤੇ ਦਿਖਾਇਆ ਜਾ ਰਿਹਾ ਹੈ, ਇਹ ਵੀ ਪੋਸੀਬਲ ਹੈ। -6 ਤੇ ਜਾ ਰਿਹਾ ਹੈ, ਫਿਰ ਉੱਪਰ ਆ ਜਾਂਦਾ 0 ਤੇ, ਫਿਰ -6 ਤੇ, ਸੋ ਨੈਗੇਟਿਵ ਵੇਵ ਫਾਰਮ ਆ ਗਈ। ਥਰਡ ਦੇ ਕੀ ਹੈ 0 ਲੈਵਲ ਤੋਂ ਉੱਪਰ ਵੀ ਜਾ ਰਿਹਾ ਹੈ, ਥੱਲੇ ਵੀ ਜਾ ਰਿਹਾ ਹੈ, +3 ਵੋਲਟ -3 ਵੋਲਟ। तो पहला ऊपर है पॉजिटिव वोल्टेज, फिर 0 क्रॉस करके नेगेटिव वोल्टेज पे जा रहा है। तो these are some examples of digital signal. So pictorially we can represent with the help of this 0 and 1. 0 is the 0 level and 1 is the +5 or higher or minus lower level. It's possible. Next आ गया जी data stored as digital signal. तो ਅਸੀਂ अगर digital signal ਦੀ example ਲੈਣੀ ਹੋਵੇ ਤੇ ਜਿਹੜਾ ਸਾਡਾ ਡਾਟਾ ਮੈਮਰੀ ਦੇ ਵਿੱਚ ਸਟੋਰ ਹੁੰਦਾ, ਸਭ ਤੋਂ ਵਧੀਆ ਐਗਜ਼ਾਮਪਲ ਹੈ, ਬਹੁਤ ਵੱਡੀ ਐਗਜ਼ਾਮਪਲ ਹੈ। ਤਾਂ ਇਹਦੇ ਵਿੱਚ ਕੀ ਹੈ, ਮੈਮਰੀ ਦੇ ਵਿੱਚ ਸਾਰਾ ਦਾ ਸਾਰਾ ਡਾਟਾ ਜ਼ੀਰੋਜ਼ ਐਂਡ ਵਨਸ ਦੀ ਫਾਰਮ ਦੇ ਵਿੱਚ, ਇਹ ਸੀਰੀਜ਼ ਆਫ ਜ਼ੀਰੋਜ਼ ਐਂਡ ਵਨਸ ਆਰ देयर in the memory. तो all the processings in a computer are in the form of digital signal. तो जितनी भी प्रोसेसिंग होएगी वो 0 ਤੇ 1 ਚ होएगी, स्टोरेज भी 0 ਤੇ 1 ਚ होएगी, एडिशन है, सब्ट्रैक्शन है, मल्टीप्लिकेशन है, डाटा रिट्रीव करना है, डाटा राइट करना है, कोई भी प्रोसेस जो कंप्यूटर च होएगा वो डिजिटल सिग्नल दे फॉर्म दे विच होएगा, जीरोज एंड 1 दे फॉर्म दे विच ही होएगा। नैक्सट ਅਸੀਂ देखते हैं एडवांटेजेस, क्यों सानू डिजिटल सिग्नल डिवेलप करने पे। ऑलरेडी साडे कोल फिजिकल क्वांटिटी एनालॉग सिग्नल है, ਅਸੀਂ एनालॉग इलैक्ट्रिकल सिग्नल कन्वर्ट करके ਉਹਦੀ ਪ੍ਰੋਸੈਸਿੰਗ ਕਰਕੇ ਸਭ ਕੁਝ ਕਰ ਸਕਦੇ ਹਾਂ, ਲੇਕਿਨ ਡਿਜੀਟਲ ਸਿਗਨਲ ਦੀ ਕਿਉਂ ਲੋੜ ਪਈ ਔਰ ਉਹਦੇ ਕੀ ਫਾਇਦੇ ਹਨ। ਤਾਂ ਇਹਦੇ ਵਿੱਚ ਦੇਖਦੇ ਹਾਂ ਡਿਜੀਟਲ ਡਿਜ਼ਾਈਨ ਆਰ ਈਜ਼ੀਅਰ ਟੂ, ਡਿਜੀਟਲ ਸਿਸਟਮ ਆਰ ਈਜ਼ੀਅਰ ਟੂ ਡਿਜ਼ਾਈਨ। ਇੱਕ ਤਾਂ ਡਿਜ਼ਾਈਨ ਕਰਨਾ ਬਹੁਤ ਸੌਖਾ ਇਹਨਾਂ ਨੂੰ, ਦੂਜੇ ਨੰਬਰ ਤੇ ਇਹਨਾਂ ਦਾ ਰਿਸਪੌਂਸ ਟਾਈਮ ਬਹੁਤ ਘੱਟ ਹੈ, ਬਹੁਤ ਫਾਸਟ ਹੈ ਇਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਹੈ। ਇਨਪੁਟ ਦਿਓ ਨਾਲ ਦੀ ਨਾਲ ਵਿਦਿਨ ਨੈਨੋ ਸੈਕਿੰਡ, within microsecond output मिल जाती है। So the response time is very fast. Next की आ गया इन्फॉर्मेशन ਨੂੰ स्टोर करना और ਉਹਨੂੰ रिट्रीव, पहला स्टोर करना फिर ਉਹਨੂੰ वापस ਉਹਦੇ ਚੋਂ ਲੈਣਾ है ना। तो ਇਹ जो है बहुत ਇਹਦੇ ਵਿੱਚ easy है। The storage and the retrieval of the data is or the information is very easy. Next आ गया जी digital systems are very accurate। दो ही लेवल है, 0 या 1, in between कुछ है ही नहीं, तो एक्यूरेसी बहुत ज्यादा होती है। वेरी लैस अफेक्टेड बाय द नॉइस, नॉइस का ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਹੈ। ਉਸ ਤੋਂ ਬਾਅਦ ਹੈਗੇ ਜੀ ਸਭ ਤੋਂ ਮੇਜਰ ਗੱਲ ਇਹ ਹੈ ਵੀ ਇਹਨੂੰ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਡਿਜੀਟਲ ਸਿਗਨਲਸ ਕੈਨ ਬੀ ਪ੍ਰੋਗਰਾਮਡ ਬਾਈ ਅ ਸੈਟ ਆਫ ਸਟੋਰਡ ਇੰਸਟਰਕਸ਼ਨਸ ਆਪਾਂ ਸਟੋਰ ਕਰ ਸਕਦੇ ਹਾਂ, ਉਹਦੇ ਅਕੋਰਡਿੰਗਲੀ ਜੋ ਪ੍ਰੋਗਰਾਮ ਹੈ ਉਹ ਸਾਰਾ ਸਿਸਟਮ ਉਹਦੇ ਅਕੋਰਡਿੰਗਲੀ ਚੱਲੇਗਾ। तो प्रोग्रामिंग कंसैप्ट ਜਿਹੜਾ ਹੈ ਉਹ ਡਿਜੀਟਲ ਸਿਸਟਮਸ ਦੇ ਨਾਲ ਜਾਂ ਡਿਜੀਟਲ ਸਿਗਨਲਸ ਦੇ ਨਾਲ ਹੀ ਮਿਲਦਾ ਹੈ। ਉਹ ਸਾਨੂੰ ਐਨਾਲੌਗ ਦੇ ਵਿੱਚ ਇੰਨੀ ਫੈਸਿਲਿਟੀ ਪ੍ਰੋਗਰਾਮਿੰਗ ਦੀ ਨਹੀਂ ਮਿਲ ਸਕਦੀ ਹੈ। ਨੈਕਸਟ ਆ ਗਿਆ ਜੀ ਕਨਕਲੂਜਨ। ਹੁਣ ਅਸੀਂ ਐਨਾਲੌਗ ਦੇ ਵੀ ਦੇਖ ਲਿਆ ਜੀ, ਉਹਦੇ ਸਿਗਨਲਸ ਵੀ ਦੇਖ ਲਏ ਆ, ਉਹਦੀ ਐਗਜ਼ਾਮਪਲਸ ਵੀ ਦੇਖ ਲਈਆਂ ਆ, ਔਰ ਡਿਜੀਟਲ ਦੇ ਅਸੀਂ ਸਾਰੇ ਸਿਗਨਲਸ ਦੇਖ ਲਏ ਆ, ਡਿਜੀਟਲ ਦੇ ਬੈਨੀਫਿਟ ਵੀ ਦੇਖ ਲਿਆ। ਹੁਣ ਅਸੀਂ ਕਨਕਲੂਜਨ ਕਰਨਾ ਹੈ ਕਿ ਬਈ ਇਹ ਸੁਪੀਰੀਅਰ ਕਿਉਂ ਹੈ। The superiority of digital signals is due to ਕਦੇ ਕਦੇ ਕਰਕੇ ਲਓ ਦੇਖੀਏ। ਸਭ ਤੋਂ ਵੱਡੀ ਗੱਲ ਹੈ ਇਮਿਊਨਿਟੀ ਟੂ ਨੋਇਸ। ਨੋਇਸ ਦਾ ਬਿਲਕੁਲ ਵੀ ਇਹਦੇ ਤੇ ਜਾਂ ਬਹੁਤ ਘੱਟ ਅਸਰ ਹੁੰਦਾ ਹੈ, ਜੋ ਕਿ ਐਨਾਲੌਗ ਸਿਗਨਲ ਵਿੱਚ ਬਹੁਤ ਜ਼ਿਆਦਾ ਪ੍ਰੋਮੀਨੈਂਟ ਹੁੰਦਾ ਹੈ, ਡਿਜੀਟਲ ਸਿਗਨਲ ਦੇ ਵਿੱਚ ਨੋਇਸ ਪ੍ਰੋਮੀਨੈਂਟ ਨਹੀਂ ਹੁੰਦਾ। ਸੈਕੰਡਲੀ ਕੀ ਹੈ, ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੈ, ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਇਨਫੋਰਮੇਸ਼ਨ ਸੋਰਸ ਹੈ, ਉਹਨੂੰ ਡਿਜੀਟਲ ਵਿੱਚ ਕਨਵਰਟ ਕਰਕੇ ਇੱਕੋ ਕਾਮਨ ਪਲੇਟਫਾਰਮ ਤੇ ਲਿਆਇਆ ਜਾ ਸਕਦਾ ਹੈ। ਕਾਮਨ ਪਲੇਟਫਾਰਮ ਆਉਣ ਦੇ ਨਾਲ ਉਹਦਾ ਜਿਹੜਾ ਡਾਟਾ ਨੂੰ ਸੇਵ ਕਰਨਾ ਹੈ, ਡਾਟਾ ਰਿਟਰੀਵ ਕਰਨਾ ਹੈ, ਡਾਟਾ ਦੇ ਪ੍ਰੋਸੈਸਿੰਗ ਕਰਨੀ ਹੈ, ਉਹ ਸਾਰੀ ਇੱਕੋ ਕਾਮਨ ਪਲੇਟਫਾਰਮ ਤੇ ਆ ਜਾਂਦੀ ਹੈ। ਜਿਵੇਂ ਕਿ ਆਪਾਂ ਕਹਿੰਦੇ ਜੀ ਇੱਕ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਜੀ ਟੈਂਪਰੇਚਰ ਦੀ, ਵੇਰੀਏਸ਼ਨ ਆਫ ਟੈਂਪਰੇਚਰ ਇਨਫੋਰਮੇਸ਼ਨ ਆ ਰਹੀ ਹੈ, ਦੂਜੀ ਸਾਡੇ ਕੋਲ ਆ ਰਹੀ ਹੈ ਜੀ ਹਿਊਮਿਡਿਟੀ ਦੀ, ਤੀਜੀ ਸਾਡੇ ਕੋਲ ਆ ਰਹੀ ਹੈ ਮੋਟਰ ਦੀ ਸਪੀਡ ਦੀ। ਇਸ ਤਰ੍ਹਾਂ ਦੀ ਕਈ ਸਾਰੀਆਂ ਇਨਫੋਰਮੇਸ਼ਨਸ ਨੂੰ ਅਸੀਂ ਇੱਕੋ ਕਾਮਨ ਪਲੇਟਫਾਰਮ ਤੇ ਰੱਖ ਕੇ
ਉਹਨੂੰ ਈਜ਼ੀਲੀ ਐਕਸੈਸ ਕਰ ਸਕਦੇ ਹਾਂ, ਈਜ਼ੀਲੀ ਉਹਨੂੰ ਕੰਟਰੋਲ ਕਰ ਸਕਦੇ। ਨੈਕਸਟ ਆ ਗਿਆ ਜੀ ਹਾਈ ਡਿਗਰੀ ਆਫ ਸਿਕਿਉਰਿਟੀ। ਸਿਕਿਉਰਿਟੀ ਬੜੀ ਇੰਪੋਰਟੈਂਟ ਹੈ ਡਾਟਾ ਦੀ, ਔਰ ਉਹ ਡਿਜੀਟਲ ਦੇ ਵਿੱਚ ਸਾਨੂੰ ਬੜੀ ਬੈਟਰ ਤਰੀਕੇ ਨਾਲ ਅਸੀਂ ਇੰਪਲੀਮੈਂਟ ਕਰ ਸਕਦੇ ਹਾਂ। ਜਿਵੇਂ ਕਿ ਡਾਟਾ ਜੋ ਵੀ ਅਸੀਂ ਭੇਜ ਰਹੇ ਹਾਂ ਜਾਂ ਰਿਸੀਵ ਕਰ ਰਹੇ ਹਾਂ, ਉਹਨੂੰ ਇਨਕ੍ਰਿਪਟ ਕਰਕੇ, ਇਨਕ੍ਰਿਪਸ਼ਨ ਕਰਕੇ ਉਹਦੇ ਵਿੱਚ ਅਸੀਂ ਕੋਡਿੰਗ ਕਰਕੇ ਆਪਣੇ ਡਾਟਾ ਦੀ ਸਿਕਿਉਰਿਟੀ ਬਹੁਤ ਅੱਛੀ ਕਰ ਸਕਦੇ ਹਾਂ, ਸਿਕਿਉਰਿਟੀ ਵਧਾ ਸਕਦੇ ਹਾਂ। ਤਾਂ ਇਹਨਾਂ ਮੇਨ ਪੁਆਇੰਟਸ ਤੋਂ ਅਸੀਂ ਇਹ ਕਨਕਲੂਡ ਕਰਦੇ ਹਾਂ ਕਿ ਡਿਜੀਟਲ ਸਿਗਨਲਸ ਜੋ ਡਿਜੀਟਲ ਸਿਸਟਮ ਜੋ ਹਨ ਉਹ ਬਹੁਤ ਜ਼ਿਆਦਾ ਪਾਵਰਫੁਲ ਹਨ ਔਰ ਬਹੁਤ ਜ਼ਿਆਦਾ ਐਡਵਾਂਸਡ ਹਨ। ਜਿੰਨੀਆਂ ਆਉਣ ਵਾਲੀਆਂ ਜਾਂ ਹੁਣ ਲੇਟੈਸਟ ਟੈਕਨੋਲੋਜੀਜ਼ ਚੱਲ ਰਹੀਆਂ ਹਨ, ਇਹ ਸਾਰੀਆਂ ਡਿਜੀਟਲ ਸਿਸਟਮ ਦੇ ਕਰਕੇ ਹੀ ਪੋਸੀਬਲ ਹਨ। ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਜੋ ਸਾਨੂੰ ਐਡਵਾਂਸਮੈਂਟ ਆਏਗੀ ਉਹ ਡਿਜੀਟਲ ਸਿਸਟਮਸ ਕਰਕੇ ਹੀ ਆਏਗੀ। ਥੈਂक्स अ लॉट।